Hello students, in this video we will discuss about your chapter number 1 crop production and management. Our first question is mention two advantages of sowing by transplantation. So transplantation की ਹੁੰਦਾ ਜਦੋਂ ਆਪਾਂ ਕੋਈ ਵੀ ਸੀਡਲਿੰਗ ਨੂੰ ਛੋਟੇ ਜਿਹੇ ਪਲਾਂਟ ਨੂੰ ਸੀਡਲਿੰਗ ਇੱਕ ਛੋਟਾ ਜਿਹਾ ਪਲਾਂਟ ਹੈ ਛੋਟੇ ਜਿਹੇ ਪਲਾਂਟ ਨੂੰ ਜਦੋਂ ਅਸੀਂ ਮੇਨ ਫੀਲਡ ਦੇ ਵਿੱਚ ਜਾਂ ਕਿਸੇ ਵੀ ਸੋਇਲ ਦੇ ਵਿੱਚ ਟ੍ਰਾਂਸਫਰ ਕਰਦੇ ਹਾਂ ਫਰੋਮ ਅ ਨਰਸਰੀ ਠੀਕ ਹੈ ਨਰਸਰੀ ਦੇ ਵਿੱਚੋਂ ਆਪਾਂ ਇੱਕ ਮੇਨ ਫੀਲਡ ਦੇ ਵਿੱਚ ਟ੍ਰਾਂਸਫਰ ਕਰੀਏ ਉਹਨੂੰ ਆਪਾਂ ਕਹਿੰਦੇ ਹਾਂ ਟ੍ਰਾਂਸਪਲਾਂਟੇਸ਼ਨ ਤੇ ਇਹਦੇ ਐਡਵਾਂਟੇਜਸ ਕੀ ਹੋਣਗੇ ट्रांसप्लांटेशन अनेबल्स सिलेक्टिव कल्टीवेशन ऑफ हैल्दी सीडलिंग्स ट्रांसप्लांटेशन नाल जिहड़े हैल्दी सीडलिंग्स हुंदे ने ओह तां ग्रो कर जांदे ने ते दूसरे ग्रो नहीं करते ते सैकेंड है कि इट अलाउ बैटर रूट एंड शूट डेवलपमेंट जिहड़ियां रूट ते शूट्स ने ओह चंगी तरह डेवलप हो जांदियां ने नर्सरी दे विच सो सैकेंड क्वेश्चन इज़ हाउ आर फर्टिलाइजर्स अप्लाइड टू द सॉइल कि फर्टिलाइजर्स ने ਜਿਹੜੇ ਆਪਾਂ ਸੋਇਲ ਦੇ ਵਿੱਚ ਕਿਵੇਂ ਅਪਲਾਈ ਕਰਦੇ ਹਾਂ ਫਸਟ ਮੈਥਡ ਇਜ਼ ਬ੍ਰੋਡਕਾਸਟਿੰਗ ਦੇ ਨਾਲ ਕੀ ਕਰਨਾ ਪੈਂਦਾ ਕਿ ਫਰਟੀਲਾਈਜ਼ਰ ਨੂੰ ਸਕੈਟਰ ਕੀਤਾ ਜਾਂਦਾ ਮਤਲਬ ਆਪਾਂ ਹੱਥ ਦੇ ਨਾਲ ਫਰਟੀਲਾਈਜ਼ਰ ਨੂੰ ਫੈਲਾਉਂਦੇ ਆ ਸੋਇਲ ਦੇ ਵਿੱਚ ਜਾਂ ਆਪਣੇ ਫਾਰਮਸ ਦੇ ਵਿੱਚ ਸੋ ਸੈਕੰਡ ਇਜ਼ ਥਰੂ ਇਰੀਗੇਸ਼ਨ ਚੈਨਲ ਜਿੱਥੇ ਆਪਾਂ ਫਰਟੀਲਾਈਜ਼ਰ ਨੂੰ ਇੱਕ ਇਰੀਗੇਸ਼ਨ ਚੈਨਲ ਦੇ ਵਿੱਚ ਡਿਜ਼ੋਲਵ ਕਰ ਦਿੰਦੇ ਆ ਪਾਣੀ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਪਲਾਂਟਸ ਦੇ ਤੱਕ ਪਹੁੰਚਾਇਆ ਜਾਂਦਾ ਸੋ ਦੈਟ ਇਜ਼ ਸੈਕੰਡ ਮੈਥਡ Our third question is why should seeds be treated with fungicides before sowing ਕਿ ਜਦੋਂ ਅਸੀਂ ਪਲਾਂਟ ਜਿਹੜਾ ਸੀਡ ਹੈ ਉਹਨੂੰ ਆਪਾਂ ਬੀਜਦੇ ਹਾਂ ਤਾਂ ਉਦੋਂ ਆਪਾਂ ਉਹਨੂੰ ਪਹਿਲਾਂ ਟਰੀਟ ਕਿਉਂ ਕਰਦੇ ਹਾਂ ਫੰਗੀਸਾਈਡਸ ਦੇ ਨਾਲ ਤਾਂ ਕਿ ਜਿਹੜੇ ਉਹ ਆਪਣਾ ਸੀਡ ਹੈ ਜਾਂ ਪਲਾਂਟ ਹੈ ਉਹ ਡਿਸੀਜ਼ ਤੋਂ ਰੈਜ਼ਿਸਟੈਂਟ ਰਹਿ ਸਕੇ ਮਤਲਬ ਉਹਨੂੰ ਕੋਈ ਵੀ ਡਿਸੀਜ਼ ਨਾ ਲੱਗੇ ਤਾਂ ਕਰਕੇ ਜਿਹੜਾ ਉਹਦਾ ਸੀਡ ਹੈ ਇਹਨੂੰ ਆਪਾਂ ਫੰਗੀਸਾਈਡ ਦੇ ਨਾਲ ਟਰੀਟ ਕਰਦੇ ਹਾਂ फोर्थ क्वेश्चन है हाउ आर पेरिशेबल फूड स्टोर्ड ऑन कमर्शियल स्केल कि ਜਿਹੜੇ पेरिशेबल फूड्स ने मतलब ਜਿਹੜੇ ਬਹੁਤ ਜਲਦੀ ਖਰਾਬ ਹੋ ਜਾਂਦੇ ਆ ਉਹਨਾਂ ਨੂੰ ਆਪਾਂ ਕਮਰਸ਼ੀਅਲ ਸਕੇਲ ਵੱਡੇ ਸਕੇਲ ਦੇ ਉੱਤੇ ਕਿਵੇਂ ਸਟੋਰ ਕਰਦੇ ਆ ਤਾਂ ਉਹ ਆਪਾਂ ਕਿਵੇਂ ਕਰਦੇ ਆ ਉਹਨਾਂ ਨੂੰ ਡੀਪ ਫਰੀਜ਼ਰ ਜਾਂ ਕੋਲਡ ਸਟੋਰੇਜ ਦੇ ਵਿੱਚ ਰੱਖ ਕੇ ਜਿਵੇਂ ਅਗਰ ਆਪਾਂ ਘਰੇ ਹੁੰਦੇ ਆ ਤਾਂ ਉਹਨੂੰ ਆਪਾਂ ਸਟੋਰ ਕਰਦੇ ਆ ਇਨ ਦਾ ਫਰੀਜ਼ਰ ਤਾਂ ਐਵੇਂ ਵੱਡੇ ਜਿਹੜੇ ਲੈਵਲ ਤੇ ਆ ਉਦੋਂ ਆਪਾਂ ਡੀਪ ਫਰੀਜ਼ਰਸ ਜਾਂ कोल्ड स्टोरेज ਦੇ ਵਿੱਚ ਇਹਨਾਂ ਨੂੰ ਸਟੋਰ ਕਰਦੇ ਹਾਂ ਕੁਐਸਚਨ ਹੈ ਨੇਮ ਦਾ ਕਾਮਨਲੀ ਗਰੋਨ ਸੀਰੀਅਲ ਕ੍ਰੌਪਸ ਤਾਂ ਕਿਹੜੇ ਆ ਰਾਈਸ ਵੀਟ ਮੇਜ਼ ਬਾਰਲੇ ਐਂਡ ਰਾਗੀ ਯੂ ਕੈਨ ਲਰਨ ਐਨੀ ਵਨ ਆਫ them ਹੁਣ ਆਪਣੇ ਲੌਂਗ ਕੁਐਸਚਨਸ ਨੇ ਪਹਿਲਾ ਹੈ ਡਿਸਕ੍ਰਾਈਬ ਦ ਟੂ ਮੇਨ ਕ੍ਰੌਪ ਸੀਜ਼ਨਸ ਆਫ ਆਵਰ ਕੰਟਰੀ ਮੈਂਸ਼ਨਿੰਗ देयर ਪੀਰੀਅਡ ਆਫ ਸੋਇੰਗ ਐਂਡ ਹਾਰਵੈਸਟਿੰਗ ਤਾਂ ਆਪਣੇ ਜਿਹੜੇ ਦੋ ਕ੍ਰੌਪਸ ਨੇ ਦੈਟ ਆਰ ਰੈਬੀ ਕ੍ਰੌਪਸ ਐਂਡ ਖਰੀਫ ਕ੍ਰੌਪਸ ਤਾਂ ਆਪਾਂ ਜ਼ਿਆਦਾਤਰ ਸਮਰ ਸੀਜ਼ਨ ਐਂਡ ਵਿੰਟਰ ਸੀਜ਼ਨਸ ਵਾਲੇ ਆਪਣੇ ਕੋਲੇ ਕ੍ਰੌਪਸ ਆ ਜਾਂਦੇ ਆ ਜਿਹੜੇ ਕ੍ਰੌਪਸ ਨੇ ਸੋ ਕੀਤੇ ਜਾਂਦੇ ਆ ਇਨ ਦਾ ਅਕਤੂਬਰ ਜਾਂ ਨਵੰਬਰ ਦੇ ਵਿੱਚ ਅਤੇ ਉਹਨਾਂ ਨੂੰ ਹਾਰਵੈਸਟ ਕਰਦੇ ਆਪਾਂ ਮਾਰਚ ਜਾਂ ਅਪ੍ਰੈਲ ਦੇ ਵਿੱਚ ਇਹਨਾਂ ਨੂੰ ਰੈਬੀ ਕ੍ਰੌਪਸ ਕਿਹਾ ਜਾਂਦਾ ਤੁਹਾਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ ਕਿ ਅਪ੍ਰੈਲ ਦੇ ਮਹੀਨੇ ਵਿੱਚ ਵਿਸਾਖੀ ਵੇਲੇ ਆਪਾਂ ਕਿਹੜੇ ਨੂੰ ਕਰਦੇ ਹਾਂ ਵੀਟ ਗ੍ਰਾਮ ਬਾਰਲੇ ਐਂਡ ਪੋਟੈਟੋਜ਼ ਨੂੰ ਜੀ ਕਰਦੇ ਹਾਂ ਹਾਰਵੈਸਟ ਕਰਦੇ ਹਾਂ ਤਾਂ ਹਾਰਵੈਸਟ ਅਗਰ ਆਪਾਂ ਮਾਰਚ ਜਾਂ ਅਪ੍ਰੈਲ 'ਚ ਕਰ ਰਹੇ ਹਾਂ ਤਾਂ ਉਹਨੂੰ ਸੋ ਕਦੋਂ ਕੀਤਾ ਹੋਏਗਾ ਅਕਤੂਬਰ ਜਾਂ ਨਵੰਬਰ ਦੇ ਵਿੱਚ ਸੈਕਿੰਡ ਆਪਣੇ ਕੋਲੇ ਖਰੀਫ ਕ੍ਰੌਪਸ ਜਿਹੜੇ ਕਿ ਆਪਾਂ ਜੂਨ ਜਾਂ ਜੁਲਾਈ ਦੇ ਵਿੱਚ ਸੋ ਕਰਦੇ ਹਾਂ ਅਤੇ ਉਹਨਾਂ ਨੂੰ ਹਾਰਵੈਸਟ ਕਰਦੇ ਹਾਂ ਸਤੰਬਰ ਅਕਤੂਬਰ ਦੇ ਵਿੱਚ ਤਾਂ ਇਹਦੇ ਵਿੱਚ ਆ ਜਾਂਦੇ ਆ ਰਾਈਸ ਮੇਜ਼ ਗਰਾਊਂਡਨਟ ਕਾਟਨ ਐਂਡ ਪਲਸਿਸ ਅਗਲਾ ਕੁਐਸਚਨ ਹੈ ਵਾਈ ਇਜ਼ ਲੈਂਡ ਪਲੱਗਡ ਐਂਡ ਲੈਵਲਡ ਬਿਫੋਰ ਸੋਇੰਗ ਕਿ ਜਿਹੜਾ ਲੈਂਡ ਹੈ ਉਹਨੂੰ ਆਪਾਂ ਪਲੱਗ ਕਿਉਂ ਕਰਦੇ ਹਾਂ ਪਲੱਗ ਦਾ ਮਤਲਬ ਹੈ ਕਿ ਉਹਨੂੰ ਆਪਾਂ ਸੌਫਟ ਕਰਦੇ ਹਾਂ ਉਹਦੀ ਜਿਹੜੀ ਸੈਂਡ ਹੈ ਉਹਨੂੰ ਸੌਫਟ ਕੀਤਾ ਜਾਂਦਾ ਤਾਂ ਕਿਉਂ ਕਰਦੇ ਹਾਂ ਇਹਦੇ ਨਾਲ ਆਪਣੀ ਜਿਹੜੀ ਸੋਇਲ ਆ ਉਹ ਲੂਜ਼ ਹੋ ਜਾਂਦੀ ਹੈ ਤਾਂ ਕਰਕੇ ਉਹ ਸੋਇਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਵੀ ਕੋਈ ਚੀਜ਼ ਗਰੋ ਕੀਤੀ ਹੈ ਤਾਂ ਉਹਦੇ ਰੂਟਸ ਵਗੈਰਾ ਹੋਣਗੇ ਜਿਹਦੇ ਕਰਕੇ ਉਹ ਹਾਰਡ ਹੋ ਗਈ ਤਾਂ ਉਹਨੂੰ ਲੂਜ਼ ਕਰਨ ਵਾਸਤੇ ਅਤੇ ਸੌਫਟ ਕਰਨ ਵਾਸਤੇ ਆਪਾਂ ਪਲੱਗਿੰਗ ਕਰਦੇ ਹਾਂ ਸੈਕਿੰਡ ਹੈ ਜਿਹੜੇ ਰੂਟਸ ਨੇ ਉਹ ਚੰਗੀ ਤਰ੍ਹਾਂ ਡੀਪ ਸੋਇਲ ਦੇ ਵਿੱਚ ਪੈਨੀਟਰੇਟ ਹੋ ਜਾਣ ਕਿਉਂਕਿ ਅਗਰ ਉਹਨੂੰ ਆਪਾਂ ਪਹਿਲਾਂ ਲੂਜ਼ ਨਹੀਂ ਕਰਾਂਗੇ ਤਾਂ ਫਿਰ ਉਹ ਹਾਰਡ ਹੋਏਗੀ ਤਾਂ ਉਹਦੇ ਵਿੱਚ ਰੂਟਸ ਨੇ ਜਿਹੜੇ ਉਹ ਡੀਪ ਅੰਦਰ ਤੱਕ ਨਹੀਂ ਜਾ ਸਕਣਗੇ ਲੈਵਲਿੰਗ ਕਿਉਂ ਕਰਦੇ ਹਾਂ ਕਿ ਆਪਾਂ ਜਿਹੜੇ ਵੱਡੇ ਸੋਇਲ ਦੇ ਪਾਰਟਸ ਨੇ ਉਹਨਾਂ ਨੂੰ ਸਮੋਲ ਪੀਸਿਸ ਦੇ ਵਿੱਚ ਕ੍ਰਸ਼ ਕਰ ਸਕੀਏ ਸੈਕਿੰਡ ਹੈ ਕਿ ਜਿਹੜੀ ਅੱਪਰ ਲੇਅਰ ਹੈ ਸੋਇਲ ਦੀ ਉਹਨੂੰ ਸੋਇਲ ਇਰੋਜ਼ਨ ਤੋਂ ਬਚਾ ਸਕੇ ਕਿਉਂਕਿ ਜਦੋਂ ਲੂਜ਼ ਕਰਤਾ ਆਪਾਂ ਨੇ ਤਾਂ ਉੱਪਰ ਵਾਲੀ ਜਿਹੜੀ ਸੋਇਲ ਹੈ ਉਹ ਡੀਅਟੈਚ ਹੋ ਸਕਦੀ ਹੈ ਉਸ ਨੀਚੇ ਵਾਲੀ ਸੋਇਲ ਤੋਂ ਤਾਂ ਉੱਥੋਂ ਉੱਡ ਨਾ ਜਾਏ ਜਿਹੜੀ ਆਪਣੀ ਸੋਇਲ ਆ ਉਹਦੇ ਲਈ ਆਪਾਂ ਉਹਨੂੰ ਲੈਵਲ ਕਰਦੇ ਹਾਂ ਅਤੇ ਉਸ ਤੋਂ ਬਾਅਦ ਥਰਡ ਪੁਆਇੰਟ ਹੈ ਕਿ ਪ੍ਰੀਵੈਂਟ ਵਾਟਰ ਲੌਜਿੰਗ ਐਂਡ ਪ੍ਰਮੋਟ ਯੂਨੀਫਾਰਮ ਇਰੀਗੇਸ਼ਨ ਵਾਟਰ ਲੌਜਿੰਗ ਮਤਲਬ ਕਿ ਐਵੇਂ ਨਹੀਂ ਹੈ ਕਿ ਉਹਦੇ ਰੂਟਸ ਨੂੰ ਬਹੁਤ ਜ਼ਿਆਦਾ ਵਾਟਰ ਮਿਲਣ ਲੱਗ ਗਿਆ ਕਿਉਂਕਿ ਲੂਜ਼ ਹੋ ਜਾਏਗੀ ਅਗਰ ਸੋਇਲ ਉਹਨੂੰ ਥੋੜ੍ਹਾ ਜਿਹਾ ਹਾਰਡ ਕਰਨਾ ਤਾਂ ਜ਼ਰੂਰੀ ਹੈ ਕਿ ਬਹੁਤ ਜ਼ਿਆਦਾ ਵਾਟਰ ਨਾ ਐਬਜ਼ੋਰਬ ਕਰੇ ਅਤੇ ਸੈਕਿੰਡ ਹੈ ਜਿਹੜੀ ਇਰੀਗੇਸ਼ਨ ਹੈ ਯੂਨੀਫਾਰਮ ਹੋਵੇ ਮਤਲਬ ਹਰ ਜਗ੍ਹਾ ਪ੍ਰੋਪਰ ਵਾਟਰ ਮਿਲੇ ਤਾਂ ਉਹਦੇ ਲਈ ਆਪਾਂ ਲੈਵਲਿੰਗ ਕਰਦੇ ਹਾਂ
अगला क्वेश्चन है एक्सप्लेन ट्रांसप्लांटेशन एंड विच क्रॉप्स आर सोन बाय दिस मैथड। हुण ट्रांसप्लांटेशन हुंदी की है, ਜਦੋਂ ਆਪਾਂ शिफ्ट करते हैं किसी भी सीडलिंग ਨੂੰ फ्रॉम नर्सरी टू द मेन फील्ड ਉਹਨੂੰ ਆਪਾਂ ट्रांसप्लांटेशन कहने ਆ, जो कि मैं पहला भी समझा चुकी हाँ। तो एग्जाम्पल्स तुसी कोई भी कर सकते हो, जिमें कि मैं दिते हुए है कैबेज, कॉलीफ्लावर, एग प्लांट, ब्रोकली, राइस। इस तरीके के ਜਿਹੜੇ प्लांट्स ने उन्होंने ਆਪਾਂ ट्रांसप्लांटेशन वाले मैथड के नाल ग्रो करते हैं। अगला क्वेश्चन है व्हाट इज़ द ड्रिप इरीगेशन मैथड, वाई इज़ इट कंसीडर एडवेंटेजियस ओवर अदर मैथड्स। तो उन्होंने क्यों जरूरी मन्निया जाता, तो इरीगेशन मैथड हुंदा की है। हुण ये वाला किहड़ा मैथड हुंदा जिहदे नाल आपां ड्रिप मतलब ड्रॉप आपां जिहड़ा वाटर है ड्रॉप करके रूट्स तक पहुँचाने। द वाटर इज़ मेड टू फॉल ड्रॉप बाय ड्रॉप नियर द रूट्स, मतलब रूट्स के नेड़े ड्रॉप करके वाटर है जिहड़ा उहदे अंदर पैनीट्रेट करूगा। हुण इहदे नाल आपां नूं क्यों ये ज़्यादा वधिया मन्निया जाता, एक तो इहदे नाल कि वाटर वेस्ट नहीं हुंदा है ना। दिस सिस्टम इज़ बेस्ट सूटेड, ये बेस्ट सूट हुंदा क्योंकि बहुत सारे फ्रूट्स ट्रीज़ ने जिहड़े वो एवें ग्रो किए जाते हैं। इहदे नाल वाटर वेस्ट नहीं होएगा। तो दूसरा ड्राई रीजनस दे विच जिथे ड्राई रीजनस ने उत्थे उन्हां नूं उसे वाटर दे नाल अपना इरीगेशन करना सौखा हो जाएगा कि घट तो घट वाटर दे विच किवें इरीगेशन करनी है। लास्ट क्वेश्चन है हाउ डज़ अ मैन्योर डिफर फ्रॉम अ फर्टिलाइज़र, कि फर्टिलाइज़र तो मैन्योर के डिफरेंस की है। तो फर्टिलाइज़र की है एक इनऑर्गेनिक सबसटांस है, तो जोड़ा मैन्योर है वो ऑर्गेनिक सबसटांस है। इनऑर्गेनिक सबसटांसिस या इनऑर्गेनिक दोनों नाल ही बना हो सकता है, विच इज़ ऑब्टेन्ड बाय डिकम्पोजिशन ऑफ जोड़ा कि आप ह्यूमनस जो कैटल डंग हो गया, ह्यूमन वेस्ट हो गया, इन्होंने चीज़ों तो बनाने। तो ऑर्गेनिक हो गया, तो दूसरा फर्टिलाइज़र की है वो इनऑर्गेनिक है। सेकेंड पॉइंट है अपने को दैट फर्टिलाइज़र प्रोवाइड्स स्पैसीफिक न्यूट्रीएंट्स टू द सॉइल, कि जोड़े स्पैसीफिक न्यूट्रीएंट्स ने सिर्फ उही मिलते हैं फर्टिलाइज़र्स के नाल। ये जिवें आप एग्जाम्पल लै सकते हैं, फर्टिलाइज़र एक तरह की टैबलेट है जिहदे सिर्फ आप कहते हैं कि विटामिन सी है या विटामिन ई दी कैप्सूल्स ने, है ना। बट जो मैन्योर है ये हर तरह के न्यूट्रीएंट्स होएगा, जिवें अपना खाना होंदा है ना, वो आपां नूं हर तरह के न्यूट्रीएंट्स हर तरह की मिनरल्स ने जोड़े मिलते हैं। तो मैन्योर एक तरह का ऑर्गेनिक है कि वो आपां नूं हर तरह के न्यूट्रीएंट्स मिलणगे। बट फर्टिलाइज़र एक तरह की टैबलेट है जिहदे विच स्पैसीफिक न्यूट्रीएंट्स होणगे। थर्ड पॉइंट है कि जोड़ा फर्टिलाइज़र है वो हाई कंसनट्रेशन होएगी। सेम वही कैप्सूल वाली गल है कि जो कैप्सूल है वो बहुत ज़्यादा हाई न्यूट्रीएंट्स होंगे ने, हाई कैपेसिटी के स्पैसीफिक विटामिन होंगे। उवें फर्टिलाइज़र के जो न्यूट्रीएंट की गल कर रहे हैं, किसी भी न्यूट्रीएंट्स है वो ज़्यादा कैपेसिटी होंगे। बट मैन्योर है जो वो लो कंसनट्रेशन होंगे, जिवें अपने खाने के होंगे। आपां अगर रोज़ खाना लैने तो अपनी जी डेफिशिएंसी है वो पूरी होएगी, है ना। तो वो लो अमाउंट्स होंगे न्यूट्रीएंट्स, बट सारे तरह के न्यूट्रीएंट्स प्रेजेंट होंगे। तो तुम इस एग्जाम्पल्स नाल इहनूं याद कर सकते हो कि फर्टिलाइज़र जोड़ा वो अपना एक टैबलेट है, तो दूसरा जो मैन्योर है वो एक तरह की है अपना ऑर्गेनिक खाना है जोड़ा आप घर बनाने। तो थैंक यू स्टूडेंट्स फॉर वॉचिंग। अगर थोड़ा वीडियो पसंद आई तो प्लीज़ लाइक करो तो सबसक्राइब करो चैनल नूं, ते कमेंट सैक्शन जरूर दस्सिओ कि अगली वीडियो मैं किस चैप्टर के उत्ते लैके आवां। थैंक यू फॉर वॉचिंग द वीडियो।